नानक दास संत पाछै परयो, राख लेहो ए बारी। नानक दास संत पाछै परयो, राख लेहो ए बारी। टल गुर सेविया ऐनस सहज सुभाय, दर्शन परसिया गुरु कै जन्म मरण दुख जाय। सिफत कसमधि नूर अरसों कुरसों चटिया, सच्चे पातशाह मल जन्म जन्म दी कटिया। सच्चे पातशाह मल जन्म जन्म दी कटिया। सतनाम श्री वाहिगुरु साहिब जीओ। कतक कर्म कमावणै दोष ना काहू जोग, परमेश्वर ते भुलिया व्यापन सबे रोग। कतक कर्म कमावणै दोष ना काहू जोग, परमेश्वर ते भुलिया व्यापन सबे रोग। विमुख होए राम ते लगन जन्म वियोग, किन में कौड़े होए गए जितड़ा माया भोग। विच ना कोई कर सका किस्था रोवै रोज, कीता किछु न होए लिखिया तुर संजोग। वडभागी मेरा प्रभ मिलै ता उतरै सब वियोग। नानक को प्रभ राख ले मेरे साहिब बंदी मोच। वडभागी मेरा प्रभ मिलै ता उतरे सब वियोग। नानक को प्रभ राख ले मेरे साहिब बंदी मोच। कतक कर्म कमावने दोष ना काहू जोग। वाहिगुरु जी का खालसा वाहिगुरु जी की फतेह। परम सन्मान योग सतगुरां दी सजी नवाजी गुरु की संगत। आप संगतां ने गुरु दरबार अंदर बैठ के सतगुरां दी इलाही बाणी ने कीर्तन दीआं दातां सरवण कीतीआं। उस तो पहला कतक महीने दी संगरांद दे संबंध विच 12 माह गुरबाणी दे पाठ आप संगतां ने सरवण कीते। गुरबाणी दे नितनेम सरवण कीते। सतगुरां दी बख्शिश होई है। ये कतक दा महीना अज संगरांद दा दिहाड़ा सानू प्राप्त हो रहा है। आप संगतां अमृत वेले तो गुरु दरबार की हाजरी भर रहे हो। गुरबाणी सरवण करके मिलिया होया समा ते सवास सफले बुलाए। गुरु अर्जन साहब पातशाह महाराज जियां ने सानू दस्सिया भी ये महीना किस तरह बतीत करना चाहिए। धन गुरु अर्जन साहब पातशाह महाराज जियां नूं वर प्राप्त है। गुरु अमरदास जियां दा दोए था बाणी का बोए था।
ਇਹ ਵਰ ਗੁਰੂ ਅਮਰਦਾਸ ਪਾਤਸ਼ਾਹ ਨੇ ਪ੍ਰਸੰਨ ਹੋ ਕੇ ਆਪਣੇ ਮੁਖ ਤੋਂ ਬਖਸ਼ਿਸ਼ ਕੀਤੇ ਸਨ ਵੀ ਇਹ ਬਾਣੀ ਦਾ ਜਹਾਜ਼ ਬਣਾਉਣਗੇ, ਜਿਸ ਬਾਣੀ ਨੂੰ ਪੜ੍ਹ ਕੇ ਸੰਸਾਰ ਤੋਂ ਪਤਾ ਨਹੀਂ ਕਿੰਨੇ ਕੁ ਜੀਵਾਂ ਦਾ ਉद्धार ਹੋਵੇ। ਉਹ ਬਾਣੀ ਦਾ ਜਹਾਜ਼ ਸਤਿਗੁਰਾਂ ਨੇ ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਡੀ ਝੋਲੀ ਪਾਈ ਹੈ, ਜੋ ਅਸੀਂ ਸਮੇਂ ਸਮੇਂ ਤੇ ਪੜ੍ਹਦੇ ਹਾਂ, ਵਿਚਾਰਦੇ ਹਾਂ ਔਰ ਆਪਣੇ ਮਨੁੱਖਾ ਜਨਮ ਨੂੰ ਸਫਲਾ ਕਰਦੇ ਹਾਂ। ਇੱਕ ਦਿਨ ਸੰਗਤਾਂ ਨੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੂੰ ਬੇਨਤੀ ਕੀਤੀ, ਮਹਾਰਾਜ ਇਹ ਮਹੀਨਾ ਜਦੋਂ ਸੰਗਰਾਂਦ ਆਉਂਦੀ ਹੈ, ਕੋਈ ਇਹੋ ਜਿਹੀ ਸੁਖੈਨ ਸੌਖੀ ਬਾਣੀ ਉਚਾਰੋ ਤਾਂ ਕਿ ਸੰਗਤਾਂ ਜਾਂ ਸਿੱਖ ਘਰ ਵਿੱਚ ਬੈਠ ਕੇ ਹੀ ਪੜ੍ਹ ਸਕਦੇ ਹਨ ਅਤੇ ਉਹ ਬਾਣੀ ਪੜ੍ਹ ਕੇ ਸਾਨੂੰ ਉਪਦੇਸ਼ ਪ੍ਰਾਪਤ ਹੋ ਜਾਵੇ ਕਿ ਇਹ ਮਹੀਨਾ ਕਿਸ ਤਰ੍ਹਾਂ ਬਤੀਤ ਕਰਨਾ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਜੀਆਂ ਨੇ ਸੰਗਤ ਦੀ ਇਸ ਬੇਨਤੀ ਨੂੰ ਸਰਵਣ ਕਰਦਿਆਂ ਹੋਇਆਂ ਪਵਿੱਤਰ ਧਰਤੀ ਅੰਮ੍ਰਿਤਸਰ ਦੀ ਉਸ ਜਗ੍ਹਾ ਦੇ ਉੱਪਰ ਡਿਠੇ ਸਭੇ ਥਾਵ ਨਹੀਂ ਤੁਧ ਜਿਹਾ ਬਧੋ ਪੁਰਖ ਵਿਧਾਤੇ ਥਾ ਤੂੰ ਸੋਹਿਆ। ਸ੍ਰੀ ਹਰਿਮੰਦਰ ਸਾਹਿਬ ਵਿਖੇ ਜਿੱਥੋਂ ਅੱਜ ਆਪਾਂ ਅੰਮ੍ਰਿਤ ਵੇਲੇ ਕਥਾ ਸਰਵਣ ਕਰਦੇ ਹਾਂ, ਦੀਵਾਨ ਹਾਲ ਮੰਜੀ ਹਾਲ ਜੋ ਬਣਿਆ ਹੋਇਆ ਉਸ ਜਗ੍ਹਾ ਤੇ ਮਹਾਰਾਜ ਬੈਠੇ ਸਨ ਔਰ ਇਸ ਗੁਰਬਾਣੀ ਨੂੰ ਮਹਾਰਾਜ ਜੀਆਂ ਨੇ ਸਾਨੂੰ ਬਖਸ਼ਿਆ। ਇਸ ਬਾਣੀ ਦੇ ਅੰਦਰ 12 ਮਹੀਨਿਆਂ ਦਾ ਉਪਦੇਸ਼ ਹੈ, ਤਾਂ ਇਸ ਨੂੰ 12 ਮਾਹ ਕਿਹਾ ਜਾਂਦਾ ਹੈ। ਮਾਹ ਨਾਮ ਮਹੀਨੇ ਦਾ ਔਰ 12 ਮਹੀਨਿਆਂ ਦਾ ਉਪਦੇਸ਼। ਅੱਜ ਇਹ ਮਹੀਨਾ ਸਾਨੂੰ ਕੱਤਕ ਦਾ ਪ੍ਰਾਪਤ ਹੋਇਆ, ਇਹਦੇ ਵਿੱਚ ਮਹਾਰਾਜ ਉਪਦੇਸ਼ ਦੇਣਗੇ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ ਔਰ ਇਹ ਮਹੀਨਾ ਕਿਸ ਤਰ੍ਹਾਂ ਬਤੀਤ ਕਰੀਏ ਜਿਹਦੇ ਨਾਲ ਅਸੀਂ ਸਫਲ ਹੋ ਜਾਈਏ। ਆਓ ਕੁਝ ਸਮੇਂ ਵਾਸਤੇ ਮਨ ਬਿਰਤੀਆਂ ਟਿਕਾਓ, ਸਰੀਰ ਕਰਕੇ ਬੈਠੇ ਹਾਂ, ਸਤਿਗੁਰਾਂ ਦੇ ਪਵਿੱਤਰ ਬਚਨ ਸਰਵਣ ਕਰੀਏ, ਆਪਣੇ ਮਨੁੱਖਾ ਜਨਮ ਨੂੰ ਸਫਲਾ ਬਣਾਈਏ। ਮਿਲ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਕਤਕ ਕਰਮ ਕਮਾਵਣੈ ਦੋਸ਼ ਨਾ ਕਾਹੂ ਜੋਗ। ਸਾਹਿਬ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ ਨੇ, ਕਹਿਣ ਲੱਗੇ ਭਾਈ ਇਹ ਮਹੀਨਾ ਜਿਹੜਾ ਹੈ ਇਸ ਦਾ ਨਾਮ ਹੈ ਕੱਤਕ ਦਾ ਮਹੀਨਾ, ਤੇ ਇਸ ਮਹੀਨੇ ਦੇ ਵਿੱਚ ਤੇਰੇ ਵਾਸਤੇ ਉਪਦੇਸ਼ ਇਹ ਹੈ ਵੀ ਜਿਹੜਾ ਤੈਨੂੰ ਦੁੱਖ ਜਾਂ ਸੁੱਖ ਆ ਰਿਹਾ ਹੈ ਨਾ, ਤੇ ਤੂੰ ਦੁੱਖ ਜਦੋਂ ਆਉਂਦਾ ਦੂਜੇ ਦੇ ਉੱਪਰ ਉਂਗਲੀ ਕਰਦਾ, ਫਲਾਣੇ ਨੇ ਮੈਨੂੰ ਦੁੱਖ ਦਿੱਤਾ ਹੈ ਜਾਂ ਫਲਾਣੇ ਦੇ ਕਰਕੇ ਮੈਨੂੰ ਦੁੱਖ ਆਇਆ ਹੈ। ਪਾਤਸ਼ਾਹ ਕਹਿਣ ਲੱਗੇ ਕਿਸੇ ਨੂੰ ਦੋਸ਼ ਦੇਣਾ ਠੀਕ ਨਹੀਂ ਹੈ। ਮਹਾਰਾਜ ਕਿਉਂ ਨਹੀਂ ਠੀਕ? ਕਹਿਣ ਲੱਗੇ ਦੱਦਾ ਦੋਸ਼ ਨਾ ਦਿਉ ਕਿਸੇ ਦੂਸ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਭਇਆ ਦੂਸ ਨਾ ਦੀਜੈ ਅਵਰ। ਦੋਸ਼ ਤੈਨੂੰ ਤਾਂ ਨਹੀਂ ਦੇਣਾ ਚਾਹੀਦਾ ਕਿਉਂਕਿ ਜਿਹੜੇ ਕਰਮ ਤੂੰ ਕਰਕੇ ਆਇਆ ਉਹਨਾਂ ਕਰਮਾਂ ਨੂੰ ਭੋਗਣ ਵਾਸਤੇ ਤੂੰ ਇਸੇ ਦੁੱਖ ਤੇ ਸੁੱਖ ਨੂੰ ਪਾਉਂਦਾ ਪਿਆ, ਤੇ ਜਦੋਂ ਤੂੰ ਕਿਸੇ ਨੂੰ ਦੁੱਖ ਦਿੱਤਾ ਤੇ ਫਿਰ ਉਸ ਦੁੱਖ ਦਾ ਤੈਨੂੰ ਵੀ ਉਹ ਜਿਹੜਾ ਕਰਮ ਹੈ ਭੋਗਣਾ ਪਵੇਗਾ। ਇਸ ਕਰਕੇ ਕਰਮ ਕਰਨ ਤੋਂ ਪਹਿਲਾਂ ਇਹ ਆਪਣੇ ਮਨ ਵਿੱਚ ਸੋਚ ਲਿਆ ਕਰ ਵੀ ਜਿਹੜਾ ਕਰਮ ਮੈਂ ਕਰਦਾ ਪਿਆ ਹਾਂ ਇਹਦਾ ਫਲ ਮੈਨੂੰ ਕੀ ਮਿਲੇਗਾ। ਤੇ ਇਤਿਹਾਸ ਦੇ ਵਿੱਚ ਇੱਕ ਸਾਖੀ ਆਉਂਦੀ ਹੈ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਵਿੱਚ 15 ਭਗਤਾਂ ਦੀ ਬਾਣੀ ਹੈ, ਤੇ ਉਹਨਾਂ ਭਗਤਾਂ ਦੇ ਵਿੱਚ ਇੱਕ ਭਗਤ ਨੇ ਜਿਨ੍ਹਾਂ ਦਾ ਨਾਮ ਭਗਤ ਸਦਨਾ ਜੀ ਹੈ। ਭਾਵੇਂ ਕਿ ਨਾਮ ਜਪਣ ਕਰਕੇ ਉਹਨਾਂ ਨੂੰ ਭਗਤ ਦੀ ਉਪਾਧੀ ਪ੍ਰਾਪਤ ਹੋਈ ਹੈ, ਭਗਤ ਬਣੇ, ਗੁਰਬਾਣੀ ਨੂੰ ਦਰਜ ਕਰਵਾਇਆ, ਪਰ ਜੇ ਉਹਨਾਂ ਦਾ ਪਹਿਲਾ ਜੀਵਨ ਪੜ੍ਹੀਏ ਤੇ ਕਸਾਈ ਪੁਣੇ ਦਾ ਕੰਮ ਕਰਦੇ ਸਨ, ਵੀ ਜੀਵ ਬੱਕਰਾ ਵਗੈਰਾ ਕੁਝ ਲੈ ਆਉਣਾ, ਮੁਰਗੇ ਵਗੈਰਾ ਲੈ ਆਉਣੇ, ਉਹਨਾਂ ਦਾ ਕਤਲ ਕਰਕੇ ਉਹਨਾਂ ਦਾ ਮਾਸ ਅੱਗੇ ਵੇਚਿਆ ਕਰਦੇ, ਅਤੇ ਇਹ ਕਰਮ ਉਹਨਾਂ ਦਾ ਹੋਇਆ ਕਰਦਾ। ਇੱਕ ਦਿਨ ਕਹਿੰਦੇ ਕੀ ਹੋਇਆ ਹੈ ਕਿ ਸਦਨਾ ਕਸਾਈ ਆਪਣੇ ਘਰ ਵਿੱਚ ਬੈਠਾ ਹੈ, ਸਿਆਲ ਦੀ ਰੁੱਤ ਹੈ ਤੇ ਮੀਂਹ ਪੈਂਦਾ ਪਿਆ। ਇੰਨੇ ਚਿਰ ਨੂੰ ਇੱਕ ਗ੍ਰਾਹਕ ਆ ਗਿਆ, ਬਾਹਰ ਆ ਕੇ ਕਹਿਣ ਲੱਗਾ ਮੇਰੇ ਘਰ ਵਿੱਚ ਰਿਸ਼ਤੇਦਾਰ ਆ ਗਏ ਨੇ ਤੇ ਮੈਨੂੰ ਕੁਝ ਮਾਸ ਦੀ ਲੋੜ ਹੈ, ਮੈਂ ਉਹਨਾਂ ਨੂੰ ਰੋਟੀ ਖਿਲਾਉਣੀ ਹੈ। ਜਦੋਂ ਇਹ ਗੱਲ ਉਸ ਆਏ ਹੋਏ ਵਿਅਕਤੀ ਨੇ, ਗ੍ਰਾਹਕ ਨੇ ਆਖੀ ਸਦਨਾ ਕਸਾਈ ਨੂੰ ਵੀ ਮੈਨੂੰ ਥੋੜਾ ਮਾਸ ਦੇ ਚਾਹੀਦਾ ਪਰੌਣਿਆਂ ਨੂੰ ਖਵਾਉਣ ਵਾਸਤੇ, ਤੇ ਉਸ ਵੇਲੇ ਭਗਤ ਸਦਨਾ ਜੀ ਕਹਿਣ ਲੱਗੇ ਕਿ ਭਾਈ ਮੇਰੇ ਕੋਲ ਇਸ ਵੇਲੇ ਹੁਣ ਖੁੱਲਾ ਮਾਸ ਨਹੀਂ ਹੈ, ਬੱਕਰਾ ਹੀ ਮੇਰੇ ਕੋਲ ਬੱਧਾ ਹੋਇਆ ਤੇ ਇਹਨੂੰ ਸਵੇਰੇ ਮੈਂ ਵੱਢਣਾ ਹੈ, ਤੇ ਤੂੰ ਸਵੇਰ ਵੇਲੇ ਆ ਕੇ ਲੈ ਜਾ।
ਉਹ ਜਿਹੜਾ ਵਿਅਕਤੀ ਆਇਆ ਹੋਇਆ ਕਹਿਣ ਲੱਗਾ ਨਹੀਂ ਪ੍ਰਾਹੁਣੇ ਤੇ ਹੁਣ ਆਏ ਨੇ, ਮੈਂ ਤੇ ਹੁਣ ਖਵਾਉਣਾ ਹੈ, ਸਵੇਰ ਤੱਕ ਤੇ ਉਹਨਾਂ ਨੇ ਚਲੇ ਜਾਣਾ। ਮਨ ਵਿੱਚ ਸੋਚਿਆ ਜੇ ਗ੍ਰਾਹਕ ਚਲੇ ਜਾਏਗਾ ਤੇ ਮੇਰੀ ਆਮਦਨ ਕਿੱਥੋਂ ਹੋਵੇਗੀ, ਮੈਨੂੰ ਕਮਾਈ ਕਿੱਥੋਂ ਆਵੇਗੀ। ਤੇ ਜੇ ਮੈਂ ਇਹਦੇ ਥੋੜੇ ਜਿਹੇ ਮਾਸ ਵਾਸਤੇ ਬੱਕਰਾ ਮਾਰ ਦਿਆਂ ਤੇ ਸਵੇਰ ਚੜ੍ਹਦੇ ਨੂੰ ਠੰਡਾ ਹੋ ਜਾਣਾ, ਮੇਰਾ ਉਹ ਕਿਸੇ ਨੇ ਲੈਣਾ ਨਹੀਂ, ਤੇ ਮੈਂ ਹੁਣ ਕੀ ਕਰਾਂ। ਕੁਝ ਸਮਾਂ ਸੋਚਣ ਤੋਂ ਮਗਰੋਂ ਫਿਰ ਇਹ ਗੱਲ ਦਿਮਾਗ ਵਿੱਚ ਆਈ ਕਿ ਬੱਕਰੇ ਦੀ ਇੱਕ ਲੱਤ ਵੱਢ ਕੇ ਤੇ ਮੈਂ ਇਸ ਨੂੰ ਦੇ ਦਿੰਦਾ ਅਤੇ ਇਹਦਾ ਵੀ ਸਰ ਜਾਏਗਾ, ਇਹਦੇ ਕੋਲੋਂ ਪੈਸੇ ਲੈ ਲਵਾਂਗਾ। ਅਗਲਾ ਦਿਨ ਚੜ੍ਹੇਗਾ ਤੇ ਫਿਰ ਬਾਕੀ ਬੱਕਰਾ ਵੀ ਮਾਰ ਦਿਆਂਗਾ ਤੇ ਮੇਰਾ ਇਹ ਸਾਰੇ ਦੋਵੇਂ ਕੰਮ ਜਿਹੜੇ ਠੀਕ ਹੋ ਜਾਣਗੇ। ਜਦੋਂ ਇਸ ਤਰ੍ਹਾਂ ਮਨ ਵਿੱਚ ਵਿਚਾਰ ਆਈ ਤੇ ਕਹਿਣ ਲੱਗੇ ਛੁਰੀਆਂ ਕੁਹਾੜੀਆਂ ਲੈ ਕੇ ਜਦੋਂ ਬੱਕਰੇ ਦੇ ਕੋਲ ਗਿਆ ਲੱਤ ਵੱਢਣ ਵਾਸਤੇ, ਤੇ ਕਹਿਣ ਲੱਗੇ ਉਸ ਵੇਲੇ ਸੋ ਇਸ ਨੂੰ ਸੋਝੀ ਦੇਣ ਵਾਸਤੇ ਪਰਮੇਸ਼ਰ ਜਿਹੜਾ ਬੇਅੰਤ ਹੈ ਕੁਝ ਵੀ ਕਰ ਸਕਦਾ ਹੈ, ਪਰਮੇਸ਼ਰ ਨੇ ਸੋਝੀ ਦੇਣ ਵਾਸਤੇ ਉਸ ਬੱਕਰੇ ਨੂੰ ਕਹਿੰਦੇ ਬਲ ਬਖਸ਼ਿਸ਼ ਕੀਤਾ ਤੇ ਉਸ ਦੇ ਸਦਨੇ ਨੂੰ ਹੱਸਣ ਦੀ ਆਵਾਜ਼ ਦੇ ਵਿੱਚ ਆਪਣੀ ਜਿਹੜੀ ਪ੍ਰਤੀਕਿਰਿਆ ਕਰਕੇ ਵਿਖਾਈ, ਫਿਰ ਰੋਣ ਦੀ ਆਵਾਜ਼ ਦੇ ਵਿੱਚ ਆਪਣੇ ਆਪ ਨੂੰ ਉਸੇ ਤਰ੍ਹਾਂ ਕਰਕੇ ਵਿਖਾਇਆ। ਤੇ ਕਹਿਣ ਲੱਗੇ ਸਦਨਾ ਕਸਾਈ ਉਸ ਵੇਲੇ ਬੜਾ ਹੈਰਾਨ, ਪਤਾ ਨਹੀਂ ਕਿੰਨੇ ਕੁ ਬੱਕਰੇ ਵੱਡੇ ਨੇ, ਕਿੰਨੇ ਕੁ ਵੇਚੇ ਨੇ, ਪਰ ਆ ਹੱਸਣ ਤੇ ਰੋਣ ਦੀ ਗੱਲ ਤੇ ਪਹਿਲੀ ਵਾਰੀ ਮੈਨੂੰ ਵਿਖਾਈ ਦਿੱਤੀ ਹੈ। ਉਸ ਵੇਲੇ ਪੁੱਛ ਹੀ ਲਿਆ ਕਿ ਕਾਰਨ ਕੀ ਹੈ, ਤੇ ਕਹਿਣ ਲੱਗੇ ਬੱਕਰੇ ਦੀ ਆਤਮਾ ਨੇ ਦੱਸਿਆ, ਕਹਿਣ ਲੱਗੇ ਐ ਸਦਨਿਆ ਪਤਾ ਨਹੀਂ ਕਿੰਨੇ ਕੁ ਜਨਮ ਤੂੰ ਕਸਾਈ ਬਣਿਆ ਤੇ ਮੈਂ ਬੱਕਰਾ ਬਣ ਕੇ ਤੇਰੀ ਬਲੀ ਚੜ੍ਹਦਾ ਰਿਹਾ, ਤੇ ਕਿੰਨੇ ਕੁ ਜਨਮ ਮੈਂ ਕਸਾਈ ਬਣਿਆ ਤੇ ਤੂੰ ਬੱਕਰਾ ਬਣ ਕੇ ਮੇਰੀ ਬਲੀ ਚੜ੍ਹਦਾ ਰਿਹਾ। ਇਹ ਤੇ ਆਪਾਂ ਪਤਾ ਨਹੀਂ ਕਿੰਨੇ ਕੁ ਜਨਮ ਇੱਕ ਦੂਜੇ ਦੇ ਕੋਲੋਂ ਇਸ ਤਰ੍ਹਾਂ ਮਾਰਦੇ ਆ ਤੇ ਬਦਲਾ ਲੈਂਦੇ ਆ ਬਤੀਤ ਕੀਤੇ, ਪਰ ਇਸ ਵਾਰੀ ਤੂੰ ਮੇਰੇ ਤੇ ਨਵਾਂ ਕੰਮ ਕਰਨ ਲੱਗਾ, ਜੋ ਮੇਰੀ ਲੱਤ ਵੱਢੇਗਾ ਮੈਨੂੰ ਸਾਰੀ ਰਾਤ ਦਰਦ ਹੋਣੀ ਹੈ, ਸਾਰੀ ਰਾਤ ਮੈਨੂੰ ਪੀੜ ਹੋਣੀ ਹੈ, ਮੇਰੀ ਰੋ ਰੋ ਕੇ ਰਾਤ ਨਿਕਲੇਗੀ। ਪਰ ਮੈਂ ਹੱਸਿਆ ਤੇ ਤਾਂ ਕਰਕੇ ਹਾਂ ਵੀ ਮੈਂ ਤੇ ਇਸ ਜਨਮ ਦੇ ਵਿੱਚ ਇਸ ਪੀੜ ਨੂੰ ਸਹਿ ਲਵਾਂਗਾ, ਪਰ ਜਦੋਂ ਅਗਲੀ ਵਾਰੀ ਤੂੰ ਬੱਕਰਾ ਬਣੇਗਾ ਤੇ ਮੈਂ ਕਸਾਈ ਬਣਾਂਗਾ, ਇਸੇ ਤਰ੍ਹਾਂ ਉਦੋਂ ਮੈਂ ਜਦੋਂ ਤੇਰੀ ਲੱਤ ਵੱਢਾਂਗਾ ਤੇ ਦਰਦ ਤੇ ਤੈਨੂੰ ਵੀ ਹੋਵੇਗਾ, ਉਦੋਂ ਤੇਰੇ ਨਾਲ ਕੀ ਵਾਪਰੇਗੀ, ਮੈਂ ਇਹ ਸੋਚ ਕੇ ਮੈਨੂੰ ਹਾਸਾ ਆਇਆ। ਕਹਿਣ ਲੱਗੇ ਜਦੋਂ ਇਹ ਗੱਲ ਪਤਾ ਲੱਗੀ ਉੱਥੇ ਹੀ ਆਪਣੇ ਹਥਿਆਰ ਸ਼ਾਸਤਰ ਜਿਹੜੇ ਸਨ ਵੱਢਣ ਵਾਲੇ ਮਾਸ ਕੁਹਾੜੀ ਛੁਰੀ ਇਤਿਆਦਿ ਸੁੱਟ ਦਿੱਤੇ ਤੇ ਘਰ-ਬਾਰ ਛੱਡ ਕੇ ਰੱਬ ਦੀ ਬੰਦਗੀ ਵਿੱਚ ਲੱਗ ਗਿਆ। ਫਿਰ ਐਸੀ ਬੰਦਗੀ ਕੀਤੀ, ਐਸਾ ਨਾਮ ਜਪਿਆ ਕਿ ਭਗਤਾਂ ਦੇ ਵਿੱਚ ਆਪਣੇ ਆਪ ਦੀ ਗਿਣਤੀ ਉਹਨਾਂ ਨੇ ਕਰਵਾਈ ਹੈ। ਇਹ ਸਾਖੀ ਤੋਂ ਭਾਵ ਇਹ ਹੈ ਕਿ ਮਨੁੱਖ ਜਿਹੋ ਜਿਹਾ ਕਰਮ ਕਰਦਾ ਉਹ ਕਰਮ ਕਰਤੇ ਲੈਂਦਾ, ਕਰਨ ਲੱਗਿਆ ਬੰਦਾ ਨਹੀਂ ਸੋਚਦਾ ਵੀ ਮੈਂ ਚੰਗਾ ਕਰਦਾ ਪਿਆ ਕਿ ਮਾੜਾ ਕਰਦਾ ਪਿਆ, ਇਹਦੇ ਨਾਲ ਕਿਸੇ ਦੀ ਬਦਦੁਆ ਮਿਲੇਗੀ ਜਾਂ ਕਿਸੇ ਦੀ ਅਸੀਸ ਮਿਲੇਗੀ, ਪਰ ਉਹ ਕਰਮ ਤੇਰਾ ਜੁੜਦਾ ਪਿਆ ਹੈ। ਜਿਵੇਂ ਅਸੀਂ ਆਪਣੀ ਬੈਂਕ ਦੇ ਵਿੱਚ ਅਕਾਊਂਟ ਦੇ ਵਿੱਚ ਧਨ ਜੋੜਦੇ ਆ ਨਾ, ਰੋਜ਼ ਦੀ ਰੋਜ਼ ਜਮ੍ਹਾਂ ਕਰਾਉਂਦੇ ਤੇ ਹੌਲੀ ਹੌਲੀ ਉਹ ਵੱਡੀ ਰਕਮ ਬਣ ਜਾਂਦੀ ਹੈ। ਇਸੇ ਤਰ੍ਹਾਂ ਤੇਰੇ ਕਰਮਾਂ ਦੇ ਇਹ ਜਿਹੜੇ ਕਰਮ ਬਣਦੇ ਪਏ ਜੁੜਦੇ ਪਏ ਨੇ, ਜਿੰਨੇ ਤੂੰ ਰੋਜ਼ ਪੁੰਨ ਕਰਦਾ ਹੈ, ਜਿੰਨੇ ਤੂੰ ਰੋਜ਼ ਪਾਪ ਕਰਦਾ ਹੈ, ਉਹਨਾਂ ਦਾ ਹਿਸਾਬ ਤੇਰੇ ਕੋਲੋਂ ਲਿਆ ਜਾਣਾ। ਤੇ ਜਦੋਂ ਹਿਸਾਬ ਲਵੇਗਾ ਪ੍ਰਮਾਤਮਾ ਤੇ ਫਿਰ ਤੇਰੇ ਸਰੀਰ ਦੇ ਉੱਪਰ ਦੁੱਖ ਵੀ ਆਉਣਗੇ, ਮੁਸੀਬਤਾਂ ਵੀ ਆਉਣਗੀਆਂ, ਕਸ਼ਟ ਵੀ ਆਉਣਗੇ, ਪਰ ਜਦੋਂ ਉਹ ਕਸ਼ਟ ਆਏ ਨਾ, ਮੁਸੀਬਤਾਂ ਆਈਆਂ, ਤੂੰ ਕਹਣਾ ਮੈਂ ਤੇ ਕਿਸੇ ਦਾ ਮਾੜਾ ਕੀਤਾ ਹੀ ਨਹੀਂ, ਪਤਾ ਨਹੀਂ ਮੇਰਾ ਕਿਉਂ ਮਾੜਾ ਹੁੰਦਾ, ਪਤਾ ਨਹੀਂ ਮੈਨੂੰ ਕਿਉਂ ਦੁੱਖ ਮਿਲਦਾ ਪਿਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਕਤਿਕ ਕਰਮ ਕਮਾਵਨੇ ਦੋਸ ਨਾ ਕਾਹੂ। ਇਹ ਜਿਹੜੇ ਕਰਮ ਨੇ ਕੱਤ ਕੇ ਰੋਜ਼ ਕਰ ਕੇ ਤੂੰ ਇਕੱਠੇ ਕੀਤੇ ਨੇ। ਪਹਿਲੇ ਸਮੇਂ ਦੇ ਵਿੱਚ ਬੀਬੀਆਂ ਦਰੀਆਂ ਇਤਿਆਦਿ ਬੁਣਿਆ ਕਰਦੀਆਂ, ਉਹਦੇ ਤੋਂ ਪਹਿਲਾਂ ਪੂਣੀਆਂ ਕੱਤਿਆ ਕਰਦੀਆਂ, ਕੱਤ ਕੇ ਪੂਣੀਆਂ ਇਕੱਠੀਆਂ ਕਰਦੀਆਂ ਅਤੇ ਫਿਰ ਦਰੀ ਵਗੈਰਾ ਜਾਂ ਖੇਸ ਦੋਹਰਾ ਵਗੈਰਾ ਉਹਦੇ ਨਾਲ ਬੁਣੀਆਂ ਜਾਂਦੀਆਂ। ਪਾਤਸ਼ਾਹ ਕਹਿਣ ਲੱਗੇ ਜਿਵੇਂ ਚਰਖੇ ਦੇ ਉੱਪਰ ਤਕਲਾ ਚੱਲਦਾ ਹੈ, ਤਕਲੇ ਦੇ ਉੱਪਰ ਪੂਣੀ ਚੱਲਦੀ ਹੈ, ਹੌਲੀ ਹੌਲੀ ਉਹ ਪੂਣੀ ਪੁੰਦਿਆਂ ਛੋਟੀ ਤੋਂ ਵੱਡੀ ਹੋ ਜਾਂਦੀ ਹੈ। ਬੰਦਿਆ ਇਸੇ ਤਰ੍ਹਾਂ ਤੇਰੇ ਕਰਮ, ਅੱਜ ਤੂੰ ਇੱਕ ਪਾਪ ਕੀਤਾ, ਕੱਲ ਤੂੰ 2 ਪਾਪ ਕੀਤੇ, ਅਗਲੇ ਦਿਨ 2 ਹੋਰ ਕੀਤੇ, ਇਹ ਕਰਦਿਆਂ ਪਾਪਾਂ ਦਾ ਇੱਕ ਏਡਾ ਵੱਡਾ ਢੇਰ ਬਣ ਜਾਣਾ ਵੀ ਉਹਨਾਂ ਪਾਪਾਂ ਦੇ ਫਲ ਨੂੰ ਭੋਗਦਿਆਂ ਤੈਨੂੰ ਕਈ ਮੁਸੀਬਤਾਂ ਤੇ ਕਈ ਦੁੱਖਾਂ ਦੇ ਵਿੱਚੋਂ ਗੁਜ਼ਰਨਾ ਪਵੇਗਾ। ਇਸ ਕਰਕੇ ਪਾਤਸ਼ਾਹ ਕਹਿੰਦੇ ਨਰ ਅਚੇਤ ਪਾਪ ਤੇ ਡਰ ਰੇ, ਜਿੰਨਾ ਵੀ ਹੋ ਸਕਦਾ ਪਾਪ ਤੋਂ ਡਰਿਆ ਕਰ, ਕਿਉਂਕਿ ਪਾਪ ਕਰਮ ਦਾ ਫਲ ਤੈਨੂੰ ਭੋਗਣਾ ਪੈਣਾ।
ਜਿਸ ਤਰ੍ਹਾਂ ਦਾ ਕਰਮ ਕੀਤਾ ਉਹਨੂੰ ਮੰਨਣਾ ਪੈਣਾ ਹੈ। ਬੇਅੰਤ ਸਾਖੀਆਂ ਨੇ ਸਾਡੇ ਕੋਲ ਇਤਿਹਾਸ ਵਿੱਚੋਂ ਸਰਵਣ ਕਰਨ ਵਾਸਤੇ ਕਿ ਜਿਹੜੇ ਜਿਹੜੇ ਬੰਦਿਆਂ ਨੇ ਜਿਹੜੇ ਜਿਹੜੇ ਪਾਪ ਕਰਮ ਕੀਤੇ ਉਹਨਾਂ ਨੂੰ ਫਲ ਭੁਗਤਣਾ ਪਿਆ। ਭਗਵਾਨ ਕ੍ਰਿਸ਼ਨ ਜੀਆਂ ਨੂੰ ਧ੍ਰਿਤਰਾਸ਼ਟਰ ਨੇ ਆਖਿਆ ਸੀ ਮੈਂ ਅੰਨਾ ਕਿਉਂ ਹਾਂ, ਮੇਰੇ ਕੋਲ ਏਡਾ ਵੱਡਾ ਰਾਜ ਹੈ, ਮੇਰੇ 100 ਪੁੱਤਰ ਨੇ, ਮੇਰਾ ਰਾਜ ਪੂਰੇ ਹਿੰਦੁਸਤਾਨ ਤੇ ਚੱਲਦਾ ਪਿਆ ਹੈ, ਪਰ ਰੱਬ ਮੈਨੂੰ ਅੱਖਾਂ ਦੇਣੀਆਂ ਕਿਉਂ ਭੁੱਲ ਗਿਆ। ਉਸ ਵੇਲੇ ਭਗਵਾਨ ਜੀਆਂ ਨੇ ਸਮਝਾਇਆ ਸੀ ਕਿ ਤੂੰ ਵੀ ਪਿਛਲੇ ਜਨਮਾਂ ਦੇ ਵਿੱਚ ਕਿਸੇ ਜੀਵ ਦੀਆਂ ਅੱਖਾਂ ਕੱਢੀਆਂ ਸਨ, ਉਹਨੂੰ ਅੰਨਾ ਕੀਤਾ ਹੈ। ਰੱਬ ਨੇ ਉਹ ਫਲ ਦੇਣ ਵਾਸਤੇ ਤੇਰੀਆਂ ਅੱਖਾਂ ਇਸ ਜਨਮ ਵਿੱਚ ਤੇਰੇ ਕੋਲੋਂ ਖੋਹ ਲਈਆਂ। ਇਹ ਸਾਖੀਆਂ ਬੜੀਆਂ ਲੰਮੀਆਂ ਹਨ, ਪਰ ਸਮਝਣ ਵਾਸਤੇ ਅਸੀਂ ਟੂਕ ਮਾਤਰ ਇਸ਼ਾਰਾ ਲੈ ਲਿਆ ਵੀ ਮਨੁੱਖ ਜਿਹੜਾ ਵੀ ਕਰਮ ਕਰੇਗਾ ਉਹ ਕਰਮ ਦਾ ਫਲ ਉਸ ਨੂੰ ਅੱਗੇ ਦੁੱਖ ਰੂਪ ਦੇ ਵਿੱਚ ਪ੍ਰਾਪਤ ਹੋਣਾ ਹੈ। ਇਸ ਕਰਕੇ ਪਾਪ ਕਰਮ ਕਰਨ ਤੋਂ ਪਹਿਲਾਂ ਇੱਕ ਵਾਰ ਸੋਚ ਲਿਆ ਕਰ ਵੀ ਇਹ ਕਰਮ ਕਿਹੋ ਜਿਹਾ। ਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਨੇ ਗੁਰਬਾਣੀ ਵਿੱਚ ਲਿਖਿਆ, ਮਹਾਰਾਜ ਕਹਿਣ ਲੱਗੇ ਭਾਈ ਪਿਆਰਿਆ ਬਚਨ ਇਹ ਹੈ ਤੇਰੇ ਸਮਝਣ ਵਾਸਤੇ ਕਿ ਜੇ ਤੇ ਕਰਨਾ ਧਰਮ ਦਾ ਕੰਮ, ਚੰਗਾ ਕੰਮ ਕਰਨਾ ਫਿਰ ਤੇ ਛੇਤੀ ਕਰ, ਤੇ ਜੇ ਕਰਨਾ ਨਾ ਪਾਪ ਦਾ ਕੰਮ ਤੇ ਫਿਰ ਉਸ ਨੂੰ ਕਰ ਲੱਗਿਆ ਡੇਰੀ ਲਾ, ਟਾਈਮ ਲਾ, ਸੋਚ ਵੀ ਜੇ ਮੈਂ ਕਰਮ ਕਰਾਂਗਾ ਤੇ ਇਹਦਾ ਫਲ ਮੈਨੂੰ ਕੀ ਪ੍ਰਾਪਤ ਹੋਵੇਗਾ। ਧਰਮ ਦਾ ਕੰਮ ਕਰਨਾ ਤੇ ਜਲਦੀ ਕਰ, ਪਰ ਜੇ ਪਾਪ ਕਰਮ ਕਰਨਾ ਉਹਦੇ ਤੇ ਵਾਰ-ਵਾਰ ਸੋਚ ਲੈ ਕਿ ਅੱਜ ਮੈਂ ਕਰਦਾ ਪਿਆ ਤੇ ਕੱਲ ਨੂੰ ਮੈਨੂੰ ਇਹਦਾ ਫਲ ਭੋਗਣਾ ਪਵੇਗਾ। ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿਣ ਲੱਗੇ ਭਾਈ ਕਰਤਕ ਕਰਮ ਕਮਾਮ ਨੇ ਦੋਸ ਨਾ ਕਾਹੂ ਜੋਗ। ਹੁਣ ਤੇ ਕਰਮ ਕਰਨ ਲੱਗਿਆ ਤੂੰ ਪੁੱਛਦਾ ਕਿਸੇ ਨੂੰ ਨਹੀਂ, ਪਰ ਜਦੋਂ ਇਹਦਾ ਦੁੱਖ ਮਿਲੇਗਾ ਫਿਰ ਤੂੰ ਦੂਜਿਆਂ ਨੂੰ ਕਹਿਣਾ ਕਿ ਫਲਾਣੇ ਨੇ ਮੈਨੂੰ ਕਸ਼ਟ ਦਿੱਤਾ, ਫਲਾਣੇ ਨੇ ਮੈਨੂੰ ਦੁੱਖ ਦਿੱਤਾ, ਫਿਰ ਕਿਸੇ ਨੂੰ ਦੋਸ਼ ਦੇਣਾ ਬਣਦਾ ਨਹੀਂ ਹੈ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਜਦੋਂ ਪਰਮੇਸ਼ਰ ਭੁੱਲ ਜਾਂਦਾ ਹੈ ਨਾ ਫਿਰ ਸਾਰਿਆਂ ਤੋਂ ਵੱਡਾ ਰੋਗ ਕੀ ਲੱਗਦਾ? ਅਗਿਆਨਤਾ ਦਾ। ਅਗਿਆਨ ਜਿਸ ਨੂੰ ਕਹਿੰਦੇ ਗਿਆਨ ਨਾ ਹੋਣਾ, ਤੇ ਗਿਆਨ ਕਿਹਨੂੰ ਨਹੀਂ ਹੈ? ਪਸ਼ੂ ਨੂੰ ਗਿਆਨ ਨਹੀਂ ਹੈ, ਫਿਰ ਪਸ਼ੂ ਵਰਗੀ ਬਿਰਤੀ ਬਣ ਜਾਂਦੀ ਹੈ। ਪਰਮੇਸ਼ਰ ਨੂੰ ਭੁੱਲ ਕੇ ਅਗਿਆਨਤਾ ਦਾ ਰੋਗ ਲੱਗਦਾ। ਪਰ ਜਿਨ੍ਹਾਂ ਨੇ ਗੁਰੂ ਨੂੰ ਚੇਤੇ ਕੀਤਾ, ਪਰਮੇਸ਼ਰ ਨੂੰ ਚੇਤੇ ਕੀਤਾ, ਗਿਆਨ ਅੰਜਨ ਗੁਰ ਦੀ ਆ, ਉਹਨਾਂ ਨੂੰ ਸਤਿਗੁਰੂ ਗਿਆਨ ਬਖਸ਼ਿਸ਼ ਕਰ ਦਿੰਦੇ। ਪਰ ਜਿਨ੍ਹਾਂ ਨੇ ਪਰਮੇਸ਼ਰ ਨੂੰ ਭੁੱਲਿਆ ਅਗਿਆਨਤਾ ਆ ਜਾਂਦੀ। ਅਗਿਆਨਤਾ ਤੋਂ ਬਾਅਦ ਵਿੱਚ ਫਿਰ ਹੰਕਾਰ ਆ ਜਾਂਦੀ, ਹੰਕਾਰ ਆ ਜਾਂਦਾ, ਮੈਂ ਇਹ ਕੀਤਾ, ਮੈਂ ਉਹ ਕੀਤਾ, ਮੈਂ ਕਰਨ ਵਾਲਾ ਹਾਂ। ਪਹਿਲਾਂ ਅਗਿਆਨ ਆਇਆ, ਨਾ ਸਮਝੀ ਆਈ ਹੈ, ਨਾ ਸਮਝੀ ਤੋਂ ਅੱਗੇ ਫਿਰ ਹੰਕਾਰ ਆ ਗਿਆ ਵੀ ਮੇਰੇ ਕਰਕੇ ਦੁਨੀਆ ਚੱਲਦੀ ਪਈ ਹੈ, ਮੈਂ ਜੋ ਮਰਜ਼ੀ ਕਰਾਂ, ਮੈਨੂੰ ਕੋਈ ਪੁੱਛਣ ਕਹਿਣ ਵਾਲਾ ਨਹੀਂ। ਹੰਕਾਰ ਤੋਂ ਅੱਗੇ ਚੱਲ ਕੇ ਫਿਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਨਿੰਦਿਆ, ਚੁਗਲੀ ਸਾਰੇ ਜਿੰਨੇ ਔਗਣ ਨੇ ਉਹ ਇਕੱਠੇ ਹੋ ਕੇ ਇਸ ਮਨੁੱਖ ਦੀ ਆਤਮਾ ਨੂੰ ਚਿੰਬੜ ਜਾਂਦੇ ਤੇ ਸਾਰੇ ਫਿਰ ਆਪੋ ਆਪਣਾ ਜ਼ੋਰ ਲਾ ਕੇ ਇਹਦੇ ਕੋਲੋਂ ਪਾਪ ਕਰਵਾਉਂਦੇ ਨੇ। ਮਹਾਰਾਜ ਕਹਿਣ ਲੱਗੇ ਜਦੋਂ ਪਰਮੇਸ਼ਰ ਦਾ ਨਾਮ ਭੁੱਲਦਾ ਤੇ ਸਾਰਿਆਂ ਤੋਂ ਵੱਡਾ ਰੋਗ ਅਗਿਆਨਤਾ ਦਾ ਲੱਗਦਾ, ਫਿਰ ਹੰਕਾਰ ਦਾ ਲੱਗਦਾ, ਫਿਰ ਵਿਕਾਰਾਂ ਦਾ ਲੱਗਦਾ। ਉਹ ਫਿਰ ਤੈਨੂੰ ਵਿੱਚੋਂ ਨਿਕਲਣ ਨਹੀਂ ਦੇਣਗੇ, ਤੂੰ ਬਚ ਨਹੀਂ ਸਕੇਗਾ। ਪਰ ਜਿੱਥੇ ਪ੍ਰਮਾਤਮਾ ਦਾ ਨਾਮ ਹੈ ਉੱਥੇ ਅਗਿਆਨ ਨਹੀਂ ਰਹਿੰਦਾ। ਸਤਿਗੁਰੂ ਦੀ ਅਗਿਆਨ ਖਤਮ ਕਰ ਦਿੰਦੇ। ਜੇ ਸੋ ਚੰਦਾ ਉਗਵੈ ਸੂਰਜ ਚੜੇ ਹਜ਼ਾਰ, ਇਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਇਹ ਬਚਨ ਹੈ ਮਹਾਰਾਜ ਜੀਆਂ ਦਾ। ਜਿਨ੍ਹਾਂ ਨੇ ਗੁਰੂ ਦੀ ਬਾਣੀ ਨੂੰ ਪੜ੍ਹਿਆ ਉਹਨਾਂ ਨੂੰ ਗਿਆਨ ਹੋ ਜਾਂਦਾ, ਤੇ ਗਿਆਨ ਵਾਲੇ ਨੂੰ ਕਦੇ ਫਿਰ ਹੰਕਾਰ ਨਹੀਂ ਹੁੰਦਾ, ਫਿਰ ਨਿਮਰਤਾ ਆ ਜਾਂਦੀ ਹੈ ਕਿ ਮੈਂ ਕੁਝ ਨਹੀਂ ਕਰ ਸਕਦਾ, ਜੋ ਕੁਛ ਕੀਆ ਸੋ ਮੈਂ ਪਾਇਆ। ਦੋਸ ਨਾ ਦੀਜੈ ਵਰਜਣਾ ਬਾਣੀ ਦਾ ਬਚਨ ਆਪਾਂ ਪੜਿਆ। ਪਰ ਜਿਨ੍ਹਾਂ ਗੁਰਮੁਖਾਂ ਨੂੰ ਗਿਆਨ ਹੋ ਜਾਂਦਾ ਉਹਨਾਂ ਦਾ ਹੰਕਾਰ ਵੀ ਨਾਸ ਹੋ ਜਾਂਦਾ ਕਿ ਮੈਂ ਨਹੀਂ ਕੁਝ ਕਰ ਸਕਦਾ, ਕਰ ਹੈ ਰਾਮ ਹੋਏ ਹੈ ਸੋਏ। ਇਹ ਨਿਮਰਤਾ ਆ ਜਾਂਦੀ ਹੈ ਤੇ ਨਿਮਰਤਾ ਵਾਲੇ ਵਿਕਾਰਾਂ ਤੋਂ ਬਚ ਜਾਂਦੇ। ਬਾਕੀ ਭਾਈ ਇਹ ਜਿਹੜੇ ਸੰਸਾਰੀ ਰੋਗ ਆ ਜਾਂਦੇ, ਸਰੀਰ ਨੂੰ ਲੱਗ ਜਾਂਦੇ, ਇਹ ਵੀ ਰੋਗ ਉਹਨਾਂ ਨੂੰ ਵਿਆਪਦੇ ਜਿਹੜੇ ਪਰਮੇਸ਼ਰ ਨੂੰ ਭੁੱਲੀ ਬੈਠੇ ਹਨ। ਵੇ ਮੁਖ ਹੋਏ ਰਾਮ ਤੇ ਲੱਗਣ ਜਨਮ ਵਿਯੋਗ। ਜਿਹੜੇ ਰਾਮ ਨੂੰ ਭੁੱਲ ਜਾਂਦੇ ਨੇ ਜਾਂ ਜਿਹੜੇ ਭੁੱਲ ਗਏ ਨੇ ਰਾਮ ਨੂੰ, ਰਾਮ ਨਾਮ ਪਰਮੇਸ਼ਰ ਦਾ ਹੈ, ਉਹਨਾਂ ਨੂੰ ਜਨਮਾਂ ਦਾ ਵਿਛੋੜਾ ਲੱਗੇਗਾ। ਕਈ ਵਾਰੀ ਅਸੀਂ ਕਹਿ ਦਿੰਦੇ ਮੈਂ ਅੱਜ ਤੋਂ ਬਾਅਦ ਬਾਣੀ ਨਹੀਂ ਪੜ੍ਹਨੀ, ਮੈਂ ਅੱਜ ਤੋਂ ਬਾਅਦ ਗੁਰਦੁਆਰੇ ਮੰਦਿਰ ਵਿੱਚ ਨਹੀਂ ਜਾਣਾ, ਮੈਂ ਅੱਜ ਤੋਂ ਬਾਅਦ ਰੱਬ ਦਾ ਨਾਮ ਲੈਣਾ ਹੀ ਨਹੀਂ ਹੈ। ਰੱਬ ਨੇ ਮੈਨੂੰ ਦਿੱਤਾ ਕੀ ਹੈ? ਭਾਈ ਪਿਆਰਿਆ, ਜਦੋਂ ਤੂੰ ਇਹ ਗੱਲ ਕਵੇਂਗਾ ਤੇ ਸਿੱਧੀ ਸਮਝਣ ਵਾਲੀ ਗੱਲ ਹੈ ਵੀ ਰੱਬ ਨੂੰ ਕੋਈ ਨਹੀਂ ਫਰਕ ਪੈਣਾ। ਜੇ ਮੈਂ ਆਖਾਂਗਾ ਵੀ ਮੈਂ ਨਹੀਂ ਜਪਣਾ, ਇਹਦੇ ਵਿੱਚ ਰੱਬ ਨੂੰ ਕੋਈ ਫਰਕ ਨਹੀਂ ਹੈ।
ਫਰਕ ਕਿਹਨੂੰ ਪੈਣਾ ਹੈ? ਮੈਨੂੰ ਪਵੇਗਾ। ਬੇਮੁਖ ਹੋਏ RAM ਤੇ, ਜਿਹੜੇ ਬੰਦੇ RAM ਤੋਂ ਬੇਮੁਖ ਹੋ ਜਾਣਗੇ, ਲੱਗਣ ਜਨਮ ਵਿਜੋਗ, ਉਹਨਾਂ ਨੂੰ ਜਨਮਾਂ ਜਨਮਾਂਤਰਾਂ ਦੇ ਵਿਛੋੜੇ ਪੈ ਜਾਣਗੇ, ਰੱਬ ਨਾਲੋਂ ਵਿਛੜ ਜਾਣਗੇ। ਤੇ ਜੇ ਗਏ ਵਿਛੜ ਤੇ ਫਿਰ 84 ਲੱਖ ਜੂਨਾਂ ਦਾ ਚੱਕਰ ਉਹਨਾਂ ਵਾਸਤੇ ਬਣ ਜਾਏਗਾ। ਐਸੀ ਹਾਲਤ ਬਣਦੀ ਹੈ। ਖਿਨ ਮੈਂ ਕੌੜਾ ਹੋਏ ਗਏ ਜਿਤੜੇ ਮਾਇਆ ਭੋਗ। ਮਾਇਆ ਦੇ ਤੂੰ ਅੱਜ ਭੋਗ ਭੋਗਦਾ ਪਿਆ, ਭੋਗ ਤੋਂ ਭਾਵ ਇਹ ਆ ਵੀ ਜਿਹੜੇ ਤੂੰ ਅੱਜ ਮਾਇਆ ਦੇ ਸਵਾਦ ਲੈਂਦਾ ਪਿਆ, ਤੇ ਜੇ ਪਰਮੇਸ਼ਰ ਦੀ ਨਜ਼ਰ ਤੇਰੇ ਤੇ ਪੁੱਠੀ ਹੋ ਗਈ ਤੇ ਸਾਰੇ ਸਵਾਦ ਤੇਰੇ ਵਾਸਤੇ ਕੌੜੇ ਹੋ ਜਾਣੇ, ਦੁਖਦਾਈ ਹੋ ਜਾਣੇ। ਅੱਜ ਤੇ ਉਹ ਮਾਇਆ ਤੈਨੂੰ ਸਵਾਦ ਦਿੰਦੀ ਹੈ, ਪਦਾਰਥ ਸਵਾਦ ਦਿੰਦੇ ਨੇ। ਅੱਜ ਤੂੰ ਕਿਸੇ ਦਾ ਘਰ ਤੋੜਦਾ ਹੈ ਜਾਂ ਕਿਸੇ ਦਾ ਮਨ ਦਿਖਾਉਣਾ, ਤੈਨੂੰ ਬੜਾ ਸਵਾਦ ਆਉਂਦਾ, ਬੜਾ ਆਨੰਦ ਆਉਂਦਾ ਹੈ। ਪਰ ਜਦੋਂ ਸਮਾਂ ਆਵੇਗਾ ਉਸ ਵੇਲੇ ਤੇਰੇ ਜਿਹੜੇ ਭੋਗ ਪਦਾਰਥ ਨੇ, ਜਿਹੜੇ ਕੰਮਾਂ ਨੂੰ ਤੂੰ ਚੰਗਾ ਕਹਿੰਦਾ ਹੈ, ਉਹ ਸਾਰੇ ਕੰਮ ਤੈਨੂੰ ਦੁੱਖ ਰੂਪ ਹੋ ਜਾਣਗੇ, ਸਾਰੇ ਬਿਪਤਾ ਬਣ ਜਾਣਗੇ। ਖਿਨਮੇ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ। ਇਹ ਜਿੰਨੇ ਵੀ ਮਾਇਆ ਦੇ ਭੋਗ ਪਦਾਰਥ ਨੇ ਮੁੜ ਕੇ ਕੌੜੇ ਤੇ ਦੁਖਦਾਈ ਹੋ ਜਾਂਦੇ ਨੇ। ਇੱਕ ਦਿਨ ਪਹਿਲਾਂ ਬਾਦਸ਼ਾਹ ਸ਼ਾਹ ਜਹਾਨ ਹਿੰਦੁਸਤਾਨ ਦਾ ਬਾਦਸ਼ਾਹ ਹੈ, ਮਾਲਕ ਹੈ, ਮਾਇਆ ਦੇ ਸੁੱਖ ਭੋਗਦਾ ਪਿਆ। ਅਗਲੇ ਦਿਨ ਚੁੱਕੇ ਜੇਲ੍ਹ ਵਿੱਚ ਸੁੱਟਿਆ ਗਿਆ। ਭੁੱਖ ਲੱਗੀ ਹੈ, ਖਾਣ ਵਾਸਤੇ ਰੋਟੀ ਨਹੀਂ ਮਿਲਦੀ ਹੈ, ਪੀਣ ਵਾਸਤੇ ਪਾਣੀ ਨਹੀਂ ਮਿਲਦਾ। ਹਾਥੀ ਤੇ ਬਿਠਾ ਕੇ ਇਸ ਨੂੰ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਦੇ ਵਿੱਚ ਲਿਜਾਇਆ ਜਾ ਰਿਹਾ ਹੈ। ਤੇ ਰਸਤੇ ਵਿੱਚ ਛੋਲਿਆਂ ਦਾ ਪੱਕਿਆ ਹੋਇਆ ਖੇਤ ਵੇਖ ਕੇ ਮਨ ਵਿੱਚ ਲਾਲਸਾ ਆ ਗਈ ਕਿ ਕਿਉਂ ਨਾ ਹੋਵੇ ਆ ਥੋੜੇ ਬਹੁਤੇ ਛੋਲੇ ਖਾ ਕੇ ਮੈਂ ਆਪਣੇ ਪੇਟ ਦੀ ਭੁੱਖ ਦੂਰ ਕਰਾਂ। ਤੇ ਜਦੋਂ ਤਰਲਾ ਕੀਤਾ ਤੇ ਸਿਪਾਹੀਆਂ ਨੇ ਹਾਥੀ ਤੋਂ ਥੱਲੇ ਤੇ ਉਤਾਰ ਦਿੱਤਾ, ਪਰ ਇਹਦੀਆਂ ਹੱਥ ਕੜੀਆਂ ਨਾ ਖੁੱਲੀਆਂ ਵੀ ਕਿਤੇ ਭੱਜ ਨਾ ਜਾਵੇ। ਤੇ ਜਿਵੇਂ ਪਸ਼ੂ ਆਪਣੇ ਮੂੰਹ ਦੇ ਨਾਲ ਚੱਲਦੇ ਨੇ, ਹਿੰਦੁਸਤਾਨ ਦਾ ਬਾਦਸ਼ਾਹ ਜਿਹੜਾ ਇੱਕ ਦਿਨ ਪਹਿਲਾਂ ਸੀ, ਅੱਜ ਪਸ਼ੂਆਂ ਦੇ ਵਾਂਗ ਉਹਨਾਂ ਛੋਲਿਆਂ ਨੂੰ ਚਣਿਆਂ ਨੂੰ ਚੱਬਦਾ ਪਿਆ, ਡੱਡੀਆਂ ਮੂੰਹ ਵਿੱਚ ਪਾ ਪਾ ਕੇ ਤੂੰ ਉਹਨਾਂ ਨੂੰ ਖਾਂਦਾ ਪਿਆ। ਕਦੇ ਮੂੰਹ ਵਿੱਚ ਪੱਤੇ ਪੈ ਜਾਂਦੇ, ਕਦੇ ਮਿੱਟੀ ਪੈ ਜਾਂਦੀ ਹੈ, ਪਰ ਫਿਰ ਵੀ ਖਾ ਕੇ ਆਪਣੀ ਭੁੱਖ ਪੇਟ ਦੀ ਦੂਰ ਕਰਦਾ ਹੈ। ਮਹਾਰਾਜ ਕਹਿਣ ਲੱਗੇ ਜਿਹੜੇ ਮਾਇਆ ਦੇ ਭੋਗਾਂ ਵਿੱਚ ਪਿਆ ਹੋਇਆ, ਰੱਬ ਦੇ ਸਮੇਂ ਦਾ ਕੋਈ ਪਤਾ ਨਹੀਂ, ਕਿ ਕਿਸੇ ਵੇਲੇ ਕੌੜੇ ਹੋ ਸਕਦੇ, ਦੁਖਦਾਈ ਹੋ ਸਕਦੇ ਹਨ। ਵਿੱਚ ਨਾ ਕੋਈ ਕਰ ਸਕੈ ਕਿਸ ਥੈ ਰੋਵੈ ਰੋਜ। ਗੁਰੂ ਬਿਨਾ ਵਿਚੋਲਾ ਕੋਈ ਨਹੀਂ ਹੈ। ਗੁਰੂ ਨੇ ਵਿਚੋਲਾ ਬਣਨਾ। ਇਸ ਲੋਕ ਦੇ ਵਿੱਚ ਗੁਰੂ ਵਿਚੋਲਾ ਬਣੇਗਾ ਤੇ ਤੈਨੂੰ ਪਰਮੇਸ਼ਰ ਨਾਲ ਜੋੜੇਗਾ। ਪਰਲੋਕ ਦੇ ਵਿੱਚ ਗੁਰੂ ਵਿਚੋਲਾ ਬਣੇਗਾ ਤੇ ਦਰਗਾਹ ਦੇ ਵਿੱਚ ਤੇਰੀ ਗਵਾਹੀ ਪਾਵੇਗਾ, ਤੈਨੂੰ ਦੁੱਖ ਤੋਂ ਬਚਾਵੇਗਾ। ਪਰ ਜੇ ਗੁਰੂ ਆਪਾਂ ਬਣਾਈਏ ਹੀ ਨਾ, ਮੈਨੂੰ ਗੁਰੂ ਦੀ ਕੀ ਲੋੜ ਹੈ। ਕਈ ਲੋਕ ਆਖ ਦਿੰਦੇ, ਅੱਜ ਵੀ ਇਹ ਲੋਕ ਗੱਲ ਕਹਿ ਦਿੰਦੇ ਕਿ ਮੇਰਾ ਤੇ ਮਨ ਸਾਫ਼ ਹੈ। ਮਨ ਸਾਫ਼ ਹੋਵੇ ਤੇ ਗੁਰੂ ਦੀ ਕੀ ਲੋੜ ਹੈ। ਮਨ ਤੇ ਸਾਫ਼ ਤਾਂ ਹੋਵੇਗਾ ਜੇ ਗੁਰੂ ਬਣਾਵੇਗਾ। ਗੁਰੂ ਤੋਂ ਬਿਨਾਂ ਕਿਹਨੇ ਦੱਸਣਾ ਵੀ ਤੇਰਾ ਮਨ ਸਾਫ਼ ਹੋਇਆ ਕਿ ਨਹੀਂ ਹੋਇਆ। ਇਹ ਤੇ ਆਪੋ ਆਪਣੇ ਕਿਆਫੇ ਨੇ। ਇਹ ਤਾਂ ਹਰੇਕ ਬੰਦਾ ਕਹੇਗਾ ਵੀ ਮੇਰਾ ਮਨ ਬੜਾ ਸਾਫ਼ ਹੈ, ਪਰ ਅਸਲ ਵਿੱਚ ਮਨ ਸਾਫ਼ ਉਦੋਂ ਹੋਣਾ ਜਦੋਂ ਗੁਰੂ ਨੂੰ ਧਾਰਨ ਕਰੇਗਾ, ਗੁਰੂ ਦੀ ਸਿੱਖਿਆ ਤੇ ਚੱਲੇਗਾ। ਤੇ ਭਾਈ ਪਿਆਰਿਆ ਬਚਨ ਇਹ ਹੈ, ਤੇਰੇ ਮਨ ਨੇ ਜਾ ਕੇ ਰੱਬ ਦੀ ਦਰਗਾਹ ਵਿੱਚ ਗਵਾਹੀ ਕੋਈ ਨਹੀਂ ਦੇਣੀ ਤੈਨੂੰ ਬਚਾਉਣ ਵਾਸਤੇ। ਉੱਥੇ ਗਵਾਹੀ ਗੁਰੂ ਦੀ ਚੱਲਣੀ ਹੈ। ਤੇ ਮਹਾਰਾਜ ਕਹਿਣ ਲੱਗੇ ਵਿੱਚ ਨਾ ਕੋਈ ਕਰ ਸਕੈ। ਜੇ ਇੱਥੇ ਅਸੀਂ ਗੁਰੂ ਨਹੀਂ ਨਾ ਬਣਾਵਾਂਗੇ, ਗੁਰੂ ਵਾਲੇ ਨਹੀਂ ਨਾ ਬਣਾਂਗੇ, ਤੇ ਕਿਸ ਥੈ ਰੋਵੈ ਰੋਜ਼। ਭਾਵੇਂ ਇੱਥੇ ਵੀ ਰੋਂਦਾ ਰਹਿ, ਹਾਏ ਮੈਨੂੰ ਘਾਟਾ ਪੈ ਗਿਆ, ਮੈਂ ਮਰ ਗਿਆ, ਮੈਂ ਕੀ ਕਰਾਂ। ਇੱਥੇ ਵੀ ਤੇਰੀ ਕਿਸੇ ਨੇ ਬਿਪਤਾ ਨੂੰ ਦੁੱਖ ਨੂੰ ਸੁਣਨਾ ਨਹੀਂ। ਤੇ ਜਦੋਂ ਪਰਲੋਕ ਦੇ ਵਿੱਚ ਦਰਗਾਹ ਵਿੱਚ ਜਾਵੇਂ, ਉੱਥੇ ਵੀ ਗੁਰੂ ਬਿਨਾਂ ਤੇਰੀ ਕਿਸੇ ਨੇ ਬਾਹ ਨਹੀਂ ਪੜਨੀ ਹੈ। ਮਹਾਰਾਜ ਕਹਿਣ ਲੱਗੇ ਗੁਰ ਪੀਰ ਹਾਮਾ ਤਾਂ ਭਰੇ, ਜਾਂ ਮੁਰਦਾਰ ਨਾ ਖਾਏ। ਹਾਮਾ ਤੋਂ ਭਾਵ ਹੁੰਦਾ ਗਵਾਹੀ ਦੀ। ਆ ਕੇ ਉੱਥੇ ਬਖਸ਼ਿਸ਼ ਕਰਕੇ ਬਚਾਉਣਾ। ਗੁਰੂ ਨੇ ਵੀ ਤਾਂ ਬਚਾਉਣਾ ਜੇ ਤੂੰ ਗੁਰੂ ਵਾਲਾ ਬਣੇਗਾ। ਇਸ ਕਰਕੇ ਬੰਨਾ ਕਰ। ਕੀਤਾ ਕਿਛੁ ਨਾ ਹੋਏ ਲਿਖਿਆ ਧੁਰ ਸੰਜੋਗ। ਜਿਹੜੇ ਧੁਰ ਤੋਂ ਸੰਜੋਗ ਲਿਖੇ ਹੋਏ ਨੇ, ਕਰਮ ਲਿਖੇ ਹੋਏ, ਕਿਉਂਕਿ ਕਰਮ ਉਹ ਲਿਖਿਆ ਗਿਆ ਜਿਹੜਾ ਅਸੀਂ ਕੀਤਾ ਪਿਛਲੇ ਜਨਮ ਦੇ ਵਿੱਚ ਜਾਂ ਕਈ ਜਨਮਾਂ ਵਿੱਚ। ਜਿਹੜੇ ਅਸੀਂ ਪਾਪ ਤੇ ਪੁੰਨ ਕੀਤੇ ਨੇ, ਉਹ ਪਾਪ ਪੁੰਨ ਦੀ ਕਲਮ ਸਾਡੇ ਮੱਥੇ ਦੇ ਉੱਪਰ ਰੱਬ ਨੇ ਫੇਰੀ ਹੋਈ ਹੈ। ਤੈਸੀ
ਸੋ ਜੀਆੜੇ ਪਾਸ। ਉਹੋ ਜੀ ਕਲਮ ਰੱਬ ਨੇ ਸਾਡੇ ਮੱਥੇ ਤੇ ਫੇਰ ਛੱਡੀ ਹੈ। ਇਸ ਬੰਦੇ ਨੇ ਇੰਨੇ ਪਾਪ ਤੇ ਇੰਨੇ ਪੁੰਨ ਕੀਤੇ, ਇਸ ਕਰਕੇ ਇਹ ਦੁੱਖ ਤੇ ਇਹ ਸੁੱਖ ਇਹਨੂੰ ਜਨਮ ਵਿੱਚ ਮਿਲੇਗਾ। ਅਸੀਂ ਉਹ ਜਨਮ ਲੈ ਕੇ ਇੱਥੇ ਸੰਸਾਰ ਵਿੱਚ ਆ ਗਏ ਹਾਂ, ਪਰ ਜਦੋਂ ਸੰਗਤ ਵਿੱਚ ਆ ਕੇ ਬੈਠਦੇ ਹਾਂ ਨਾ, ਜਿਵੇਂ ਹੁਣ ਆਪਾਂ ਬੈਠੇ ਹੋਏ, ਜਾਂ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਹਾਂ, ਆਪਣਾ ਮਸਤਕ ਥੱਲੇ ਲਾਉਂਦੇ ਹਾਂ, ਮਹਾਰਾਜ ਨੂੰ ਸੀਸ ਝੁਕਾਉਂਦੇ ਹਾਂ, ਗੁਰੂ ਦੇ ਬਚਨ ਆਪਾਂ ਕੰਨਾਂ ਵਿੱਚ ਸੁਣਦੇ ਹਾਂ, ਤੇ ਸਤਿਗੁਰੂ ਐਸੀ ਦਇਆ ਕਰਦੇ, ਐਸੀ ਕਿਰਪਾ ਕਰਦੇ ਕਿ ਸਾਡੇ ਉਹ ਜਿਹੜੇ ਕਰਮ ਲਿਖੇ ਹੋਏ ਨੇ ਉਹਨਾਂ ਨੂੰ ਨਾਲ ਦੀ ਨਾਲ ਮਹਾਰਾਜ ਬਦਲਦੇ ਵੀ ਰਹਿੰਦੇ। ਸੰਗਤ ਵਿੱਚ ਆਉਣ ਦਾ ਇਹ ਲਾਭ ਹੈ ਕਿ ਜਦੋਂ ਸੰਗਤ ਵਿੱਚ ਆ ਕੇ ਸੰਗਤ ਦੀ ਚਰਨ ਧੂੜ ਮੱਥੇ ਨੂੰ ਲਾਈਦੀ ਹੈ, ਗੁਰੂ ਨੂੰ ਨਮਸਕਾਰ ਕਰੀਦੀ ਹੈ, ਤੇ ਸਤਿਗੁਰੂ ਜੀ ਸਾਡੇ ਲਿਖੇ ਹੋਏ ਮਾੜੇ ਕਰਮਾਂ ਨੂੰ ਮੇਟ ਕੇ ਉਹਦੀ ਥਾਂ ਤੇ ਸ਼ੁਭ ਕਰਮਾਂ ਨੂੰ ਮਹਾਰਾਜ ਨਾਲ ਦੀ ਨਾਲ ਲਿਖੀ ਜਾਂਦੇ ਹਨ। ਕਿਉਂਕਿ ਗੁਰੂ ਕਰਮ ਲਿਖਣ ਵਾਲਾ ਵੀ ਹੈ ਔਰ ਗੁਰੂ ਕਰਮ ਮਿਟਾਉਣ ਵਾਲਾ ਵੀ। ਸਾਖੀ ਆਪਾਂ ਸਰਵਣ ਕਰਦੇ ਆ ਨਾ ਬੀਬੀ ਸੁਲੱਖਣੀ ਦੀ, ਜਦੋਂ ਮਹਾਰਾਜ ਨੂੰ ਆਖਿਆ ਸੀ ਮਹਾਰਾਜ ਲਿਖਣ ਵਾਲੇ ਤੇ ਆਪ ਹੀ, ਤੇ ਸਤਿਗੁਰੂ ਲਿਖਦੇ ਨੇ ਭਾਈ ਕਰਮਾਂ ਨੂੰ ਆਪਣੀ ਮਰਜ਼ੀ ਦੇ ਮੁਤਾਬਕ। ਇਸ ਕਰਕੇ ਇਹ ਕਦੇ ਨਹੀਂ ਸੋਚਣਾ ਵੀ ਜੋ ਰੱਬ ਨੇ ਲਿਖਿਆ ਉਹ ਮੈਨੂੰ ਭੋਗਣਾ ਹੀ ਪੈਣਾ। ਜੇ ਗੁਰੂ ਦੇ ਦਰ ਤੇ ਆ ਕੇ ਮਾਫੀ ਮੰਗ ਲਵੇਗਾ, ਸੰਗਤ ਵਿੱਚ ਆ ਕੇ ਗੁਰੂ ਦੀ ਬਾਣੀ ਸੁਣੇਗਾ ਜਾਂ ਗੁਰਬਾਣੀ ਨੂੰ ਪੜ੍ਹੇਗਾ, ਤੇ ਮਹਾਰਾਜ ਦੇ ਕੋਲ ਇਹ ਹੱਕ ਹੈ, ਉਹਨਾਂ ਦੇ ਕੋਲ ਇੰਨੀ ਪਹੁੰਚ ਹੈ, ਜਾਂ ਗੁਰੂ ਦੇ ਕੋਲ ਇੰਨੇ ਅਧਿਕਾਰ ਨੇ ਵੀ ਤੇਰੇ ਲਿਖੇ ਹੋਏ ਲੇਖਾਂ ਨੂੰ ਮੇਟ ਵੀ ਸਕਦੇ ਨੇ ਅਤੇ ਸ਼ੁਭ ਕਰਮਾਂ ਨੂੰ ਲਿਖ ਵੀ ਸਕਦੇ। ਤਾਂ ਅਸੀਂ ਸੰਗਤ ਵਿੱਚ ਚੱਲ ਕੇ ਆਏ ਆ ਗੁਰੂ ਦੀ ਮਿਹਰ ਲੈਣ ਵਾਸਤੇ ਵੀ ਸਾਡੇ ਤੇ ਕਿਵੇਂ ਨਾ ਕਿਵੇਂ ਉਹ ਤਰਸ ਕਰਕੇ ਜਿਹੜੇ ਪਿੱਛੇ ਅਸੀਂ ਜਾਣੇ ਅਣਜਾਣੇ ਵਿੱਚ ਕੀਤੇ ਨੇ ਪਾਪ ਕਰਮ, ਉਹ ਅਸੀਂ ਕਰਤੇ ਬੈਠੇ ਆ। ਪਰ ਸਤਿਗੁਰੂ ਹੁਣ ਸਾਨੂੰ ਉਹ ਕਰਮਾਂ ਤੋਂ ਛੁੱਟੀ ਦਿਵਾ ਦਿਓ, ਮਾਫ ਕਰਵਾ ਦਿਓ, ਕਿਉਂਕਿ ਸਾਨੂੰ ਸੋਝੀ ਹੋਣ ਹੋਈ ਹੈ। ਪਿੱਛੇ ਤੇ ਅਗਿਆਨਤਾ ਵਿੱਚ ਪਤਾ ਨਹੀਂ ਪਸ਼ੂ ਬਣੇ ਕਿ ਪੰਛੀ ਬਣੇ, ਉਦੋਂ ਤੇ ਸਾਨੂੰ ਸੋਝੀ ਨਹੀਂ ਸੀ ਵੀ ਮੈਂ ਕੀ ਕਰਮ ਕਰਦਾ ਪਿਆ, ਦੁੱਖ ਮਿਲੇਗਾ ਕਿ ਸੁੱਖ ਮਿਲੇਗਾ। ਪਰ ਮਨੁੱਖਾ ਜਨਮ ਦੇ ਵਿੱਚ ਹੁਣ ਗਿਆਨ ਹੋ ਗਿਆ, ਹੁਣ ਸਤਿਗੁਰੂ ਕਿਰਪਾ ਕਰਕੇ ਇਹਨਾਂ ਮਾੜੇ ਲੇਖਾਂ ਨੂੰ ਮੇਟ ਦਿਓ। ਪਾਤਸ਼ਾਹ ਕਹਿਣ ਲੱਗੇ ਕੀਤਾ ਕਿਛੂ ਨਾ ਹੋਵੇ ਲਿਖਿਆ ਤੁਰ ਸੋਇਓ। ਜਿਹੜੇ ਗੁਰੂ ਸੰਗਤ ਵਿੱਚ ਨਹੀਂ ਆਉਣਗੇ, ਗੁਰਬਾਣੀ ਨਹੀਂ ਪੜ੍ਹਨਗੇ, ਗੁਰੂ ਦਾ ਬਚਨ ਨਹੀਂ ਸਰਵਣ ਕਰਨਗੇ, ਗੁਰੂ ਦੇ ਕਹਿ ਮੁਤਾਬਕ ਨਹੀਂ ਚੱਲਣਗੇ, ਫਿਰ ਉਹਨਾਂ ਨੂੰ ਜਦੋਂ ਪਰਲੋਕ ਦੇ ਵਿੱਚ ਸਜ਼ਾ ਮਿਲੇਗੀ, ਫਿਰ ਉੱਥੇ ਕੁਝ ਵੀ ਨਹੀਂ ਹੋ ਸਕੇਗਾ, ਫਿਰ ਉਹਨਾਂ ਦੁੱਖਾਂ ਨੂੰ ਭੋਗਣਾ ਪੈਣਾ ਹੈ। ਵੱਡ ਭਾਗੀ ਮੇਰਾ ਪ੍ਰਭ ਮਿਲੈ, ਤਾਂ ਉਤਰੈ ਸਭ ਬਿਯੋਗ। ਕਹਿਣ ਲੱਗੇ ਵੱਡਿਆਂ ਭਾਗਾਂ ਦੇ ਨਾਲ ਭਾਈ ਗੁਰੂ ਮਿਲਦਾ, ਪਰਮੇਸ਼ਰ ਵੀ ਭਾਗਾਂ ਬਿਨਾਂ ਨਹੀਂ ਮਿਲਦਾ। ਬਿਨ ਭਾਗਾਂ ਕਿਛ ਪਾਈਐ ਨਹੀਂ। ਕਰਮਾਂ ਤੋਂ ਬਿਨਾਂ ਤੇ ਤੂੰ ਦੁਨੀਆ ਦੀ ਕੋਈ ਵਸਤੂ ਨਹੀਂ ਲੈ ਸਕਦਾ, ਤੇ ਫਿਰ ਕਰਮਾਂ ਬਿਨਾਂ ਪਰਮੇਸ਼ਰ ਕਿਵੇਂ ਮਿਲੇ? ਪਰਮੇਸ਼ਰ ਵੀ ਕਰਮਾਂ ਤੋਂ ਬਿਨਾਂ ਨਹੀਂ ਮਿਲਦਾ ਹੈ। ਪਰ ਜਿਹਦੇ ਮੱਥੇ ਤੇ ਲਿਖਿਆ ਵੱਡ ਭਾਗੀ ਹਰ ਸੰਗਤ ਪਾਵੈ, ਵੱਡਿਆਂ ਭਾਗਾਂ ਵਾਲਾ ਗੁਰੂ ਕੀ ਸੰਗਤ ਪਾਉਂਦਾ। ਤੇ ਜਿਹੜਾ ਸੰਗਤ ਵਿੱਚ ਆਇਆ ਸਤਿਗੁਰੂ ਫਿਰ ਲੇਖ ਦਿੰਦੇ ਇਹ ਪਰਮੇਸ਼ਰ ਦੀ ਪ੍ਰਾਪਤੀ ਵਾਲਾ ਹੋਵੇਗਾ। ਵਡਭਾਗੀ ਮੇਰਾ ਪ੍ਰਭ ਮਿਲੈ, ਵੱਡਿਆਂ ਭਾਗਾਂ ਵਾਲੇ ਨੂੰ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਤਾਂ ਉਤਰੈ ਸਭ ਵਿਯੋਗ, ਇਹ ਜਿਹੜੇ ਵਿਛੋੜੇ ਪਏ ਹੋਏ, ਵਿਛੋੜਿਆਂ ਦੇ ਦੁੱਖ ਪਏ ਹੋਏ, ਵਾਰ-ਵਾਰ ਜਨਮ ਦੇ ਵਿੱਚ ਆਉਂਦੇ ਆ, ਵਾਰ-ਵਾਰ ਮਰ ਕੇ ਦੁਨੀਆ ਤੋਂ ਜਾਂਦੇ ਆ, ਇਹ ਜਿਹੜਾ ਦੁੱਖ ਮਿਲਦਾ ਪਿਆ ਸਤਿਗੁਰੂ ਇਸ ਨੂੰ ਕੱਟ ਦਿੰਦੇ, ਦੂਰ ਕਰ ਦਿੰਦੇ ਹਨ। ਨਾਨਕ ਕਉ ਪ੍ਰਭ ਰਾਖ ਲਹਿ, ਮੇਰੇ ਸਾਹਿਬ ਬੰਦੀ ਮੋਚ। ਪਾਤਸ਼ਾਹ ਕਹਿਣ ਲੱਗੇ ਸਾਨੂੰ ਰੱਖ ਲੈ, ਰੱਖ ਲੈ, ਰੱਖ ਲੈ, ਰੱਖ ਲੈ, ਜਗਤ ਜਲੰਦਾ ਰੱਖ ਲੈ, ਸਾਨੂੰ ਨਹੀਂ। ਉਹ ਤੇ ਸਾਰੀ ਸ੍ਰਿਸ਼ਟੀ ਨੂੰ ਰੱਖ ਸਕਦਾ, ਇੰਨਾ ਸਮਰੱਥ ਹੈ ਸਾਡਾ ਗੁਰੂ। ਨਾਨਕ ਕਉ ਪ੍ਰਭ ਰਾਖ ਲਹਿ, ਮੈਂ ਤੁਹਾਡੀ ਸ਼ਰਨ ਵਿੱਚ ਆਇਆ, ਮੈਨੂੰ ਰੱਖ ਲਓ। ਕਿਵੇਂ ਰੱਖ ਲਓ? ਮੇਰੇ ਸਾਹਿਬ ਬੰਦੀ ਮੋਚ, ਜਿਹੜੇ ਬੰਧਨ ਪਏ ਨੇ ਨਾ ਉਹਨਾਂ ਨੂੰ ਮੋਚ ਕਹੀਏ, ਤੁਸੀਂ ਕੱਟਣ ਵਾਲਿਓ, ਤੁਸੀਂ ਇੰਨੇ ਸਮਰੱਥ ਹੋ ਕਿ ਜੇ ਸਾਨੂੰ ਬੰਧਨ ਪੈ ਵੀ ਗਏ ਨੇ ਕਰਮਾਂ ਦੇ, ਜਮਾਂ ਦੇ ਜਾਂ ਦੁੱਖਾਂ ਦੇ, ਤੁਸੀਂ ਜਮਾਂ ਦਾ ਬੰਧਨ ਵੀ ਕੱਟ ਸਕਦੇ ਹੋ, ਕਰਮਾਂ ਦਾ ਬੰਧਨ ਵੀ ਕੱਟ ਸਕਦੇ ਤੇ ਦੁੱਖਾਂ ਦਾ ਵੀ ਕੱਟ ਸਕਦੇ। ਤੇ ਪ੍ਰਤੱਖ ਸਾਖੀ ਸਾਨੂੰ ਮਿਲਦੀ ਹੈ ਜਦੋਂ ਬਾਬਰ ਨੇ ਗੁਰੂ ਨਾਨਕ ਸਾਹਿਬ ਜੀਆਂ ਨੂੰ ਯਮਨਾਬਾਦ ਦੀ ਧਰਤੀ ਤੇ ਕੈਦ ਕਰ ਲਿਆ। ਸਤਿਗੁਰਾਂ ਦੇ ਨਾਲ ਪਤਾ ਨਹੀਂ ਕਿੰਨੇ ਕੁ ਲੋਕ, ਬੀਬੀਆਂ, ਮਾਈਆਂ, ਬੱਚੇ, ਬਜ਼ੁਰਗ, ਉਹਨਾਂ ਨੂੰ ਵੀ ਕੈਦ ਕਰ ਲਿਆ, ਜੇਲ੍ਹਾਂ ਭਰ ਲਈਆਂ। ਤੇ ਜਿਸ ਵੇਲੇ ਸਤਿਗੁਰੂ ਪਾਤਸ਼ਾਹ ਦੀ ਰਹਿਮਤ ਵੇਖੀ ਨਾ, ਬਾਬਾ ਬਾਦਸ਼ਾਹ ਨੇ ਚਰਨਾਂ ਤੇ ਆ ਕੇ ਮੱਥਾ ਟੇਕਿਆ, ਮਹਾਰਾਜ ਜੀ ਮੇਰੇ ਕੋਲੋਂ ਗੁਨਾਹ ਹੋ ਗਿਆ, ਮੈਨੂੰ ਮਾਫ ਕਰ ਦਿਓ। ਤੇ
ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਮਾਫ ਤੇ ਕਰਾਂਗੇ, ਪਰ ਜਿਹੜੇ ਬੇਦੋਸ਼ੀ ਲੋਕਾਂ ਨੂੰ ਪਕੜਿਆ ਹੋਇਆ ਨਾ, ਜਿਨ੍ਹਾਂ ਦਾ ਕੋਈ ਕਸੂਰ ਨਹੀਂ ਐ, ਐਵੇਂ ਉਹਨਾਂ ਨੂੰ ਮਾਰ ਪੈਂਦੀ ਪਈ ਹੈ, ਸਾਰਿਆਂ ਨੂੰ ਪਹਿਲਾਂ ਜੇਲ੍ਹ ਦੇ ਵਿੱਚੋਂ ਰਿਹਾ ਹੋਣ ਦਾ ਹੁਕਮ ਦੇ। ਉਸੇ ਵੇਲੇ ਮੰਨਿਆ ਬਚਨ ਬਾਬਰ ਬਾਦਸ਼ਾਹ ਨੇ, ਜਿੰਨੇ ਕੈਦੀ ਸਨ ਸਾਰਿਆਂ ਨੂੰ ਰਿਹਾ ਕਰ ਦਿੱਤਾ। ਐਸੇ ਨੇ ਸਤਿਗੁਰੂ ਜੀ ਜਿਹੜੇ ਪ੍ਰਤੱਖ ਦੀ ਜੇਲ੍ਹ ਵਿੱਚੋਂ ਛੁਡਾਉਣ ਵਾਲੇ, ਤੇ ਗੁਰੂ ਨਾਨਕ ਸਾਹਿਬ ਦੇ ਰੂਪ ਦੇ ਵਿੱਚ ਛੁਡਾਇਆ। ਇਸੇ ਤਰ੍ਹਾਂ 10ਵੇਂ ਪਾਤਸ਼ਾਹ ਨੇ ਵੀ ਛੁਡਾਇਆ, 6ਵੇਂ ਪਾਤਸ਼ਾਹ ਨੇ ਗਵਾਲੀਅਰ ਦੇ ਕਿਲੇ ਵਿੱਚੋਂ ਕਿੰਨੇ ਛੁਡਵਾ ਛੱਡੇ। ਸਤਿਗੁਰੂ ਐਸੇ ਸਮਰੱਥ ਨੇ, ਪ੍ਰਤੱਖ ਇਹ ਸਾਖੀਆਂ ਨੇ ਸਮਝਣ ਵਾਸਤੇ ਕਿ ਸਾਡਾ ਗੁਰੂ ਇੱਥੇ ਦੀ ਜੇਲ੍ਹ ਵਿੱਚੋਂ ਛੁਡਾਉਣ ਵਾਲਾ ਹੈ, ਬੰਧਨਾਂ ਵਿੱਚੋਂ ਛੁਡਾਉਣ ਵਾਲਾ ਹੈ, ਅਤੇ ਪ੍ਰਲੋਕ ਦੇ ਵਿੱਚ ਵੀ ਬੰਧਨਾਂ ਵਿੱਚੋਂ ਛੁਡਾ ਦਿੰਦਾ, ਮੁਕਤ ਕਰ ਦਿੰਦਾ ਹੈ। ਵਡ ਭਾਗੀ ਮੇਰਾ ਪ੍ਰਭ ਮਿਲੈ, ਤਾਂ ਉਤਰੈ ਸਭ ਵਿਯੋਗ। ਪਾਤਸ਼ਾਹ ਕਹਿਣ ਲੱਗੇ ਕਤਕ ਹੋਵੇ ਸਾਧ ਸੰਗ, ਬਿਨਸਾ ਹੈ ਸਭ ਹੈ ਸੋਚ। ਕਤਕ ਦਾ ਮਹੀਨਾ ਇਹ ਸਾਨੂੰ ਪ੍ਰਾਪਤ ਹੋ ਰਿਹਾ। ਕਤਕ ਦੇ ਮਹੀਨੇ ਵਿੱਚ ਕੀ ਕਰਨਾ ਚਾਹੀਦਾ ਹੈ? ਹੋਵੇ ਸਾਧ ਸੰਗ। ਜਿੱਥੇ ਆਪਾਂ ਬੈਠੇ ਆ ਅਸਲ ਵਿੱਚ ਇਹ ਸਾਧ ਸੰਗ ਹੈ, ਇਹ ਹੈ ਸਾਧ ਸੰਗਤ, ਜਿੱਥੇ ਬੈਠ ਕੇ ਅਸੀਂ ਨਿਰੋਲ ਗੁਰਬਾਣੀ ਦੀ ਕਥਾ ਸੁਣੀ ਹੈ, ਅਸੀਂ ਕਿਸੇ ਦੀ ਨਿੰਦਿਆ ਨਹੀਂ ਸੁਣੀ ਹੈ ਜਾਂ ਕਿਸੇ ਦੀ ਨਿੰਦਿਆ ਨਹੀਂ ਕੀਤੀ ਹੈ। ਇੱਥੇ ਬੈਠ ਕੇ ਕੇਵਲ ਅਸੀਂ ਪਰਮੇਸ਼ਰ ਦੀ ਸਿਫਤ ਸੁਣੀ ਹੈ, ਇਹ ਹੈ ਸਾਧ ਸੰਗ। ਤੇ ਪਾਤਸ਼ਾਹ ਕਹਿਣ ਲੱਗੇ ਕਤਕ ਹੋਵੇ ਸਾਧ ਸੰਗ। ਇਸ ਕਤਕ ਦੇ ਮਹੀਨੇ ਵਿੱਚ ਜਿਨ੍ਹਾਂ ਨੂੰ ਸਾਧ ਸੰਗਤ ਦੀ ਪ੍ਰਾਪਤੀ ਹੋਈ ਹੈ, ਬਿਨਸ ਹੈ ਸਭੇ ਸੋਚ, ਉਹਨਾਂ ਦੀ ਮਾੜੀ ਸੋਚ ਨੂੰ ਸਤਿਗੁਰੂ ਜੀ ਕੱਟ ਦਿੰਦਾ ਹੈ। ਜਾਂ ਇਸ ਤਰ੍ਹਾਂ ਕਹਿ ਲਈਏ ਉਹਨਾਂ ਦੇ ਦੁੱਖਾਂ ਨੂੰ ਸਤਿਗੁਰੂ ਕੱਟ ਦਿੰਦੇ, ਏਡੇ ਵੱਡੇ ਸਮਰੱਥ ਨੇ। ਇਸ ਕਰਕੇ ਗੁਰੂ ਕੀ ਸੰਗਤ ਤਾਂ ਵਾਰ-ਵਾਰ ਬੇਨਤੀ ਕੀਤੀ ਜਾਂਦੀ ਹੈ ਕਿ ਭਾਵੇਂ ਥੋੜੇ ਤੋਂ ਥੋੜਾ ਸਮਾਂ ਸੰਗਤ ਵਿੱਚ ਜ਼ਰੂਰ ਬੈਠਿਆ ਕਰੋ। ਕਬੀਰ ਸਾਹਿਬ ਜੀਆਂ ਨੇ ਬਚਨ ਕਰ ਦਿੱਤਾ, ਕਹਿਣ ਲੱਗੇ ਏਕ ਘੜੀ ਆਧੀ ਘੜੀ, ਆਧੀ ਹੁੰਦੇ ਆਦ ਭਗਤਨ ਸੇਤੀ ਗੋਸ਼ਟੇ, ਜੋ ਕੀਨੋ ਸੋ ਲਾਭ। ਉਹਨਾਂ ਨੇ ਤਾਂ ਬਚਨ ਕੀਤਾ ਥੋੜੇ ਤੋਂ ਥੋੜਾ ਸਮਾਂ ਵੀ ਸੰਗਤ ਵਿੱਚ ਜ਼ਰੂਰ ਬੈਠਿਆ। ਉਹਦੇ ਨਾਲ ਕੀ ਹੋਵੇਗਾ ਕਿ ਤੇਰੀਆਂ ਮਾੜੀਆਂ ਸੋਚਾਂ ਨੂੰ, ਮਾੜੇ ਖਿਆਲਾਂ ਨੂੰ, ਮਾੜੇ ਕਰਮਾਂ ਨੂੰ ਗੁਰੂ ਕੱਟ ਦੇਵੇ, ਤੇ ਤੈਨੂੰ ਉੱਚੀ ਸੁੱਚੀ ਸੋਚ ਦਾ ਮਾਲਕ ਬਣਾ ਕੇ ਤੈਨੂੰ ਸ਼ੁਭ ਕਰਮਾਂ ਦੇ ਵੱਲ ਲਾ ਦੇਵੇਗਾ। ਇਸ ਸੰਗਤ ਵਿੱਚੋਂ ਦਾਤ ਪ੍ਰਾਪਤ ਹੋਵੇਗੀ। ਸਤਿਗੁਰੂ ਰਹਿਮਤ ਕਰਨ, ਇਹ ਉਪਦੇਸ਼ ਸਾਡੇ ਹਿਰਦੇ ਵਿੱਚ ਵਸੇ, ਤਾਂ ਕਿ ਸਾਡਾ ਇਹ ਜਨਮ ਸਫਲਾ ਹੋਵੇ। ਭੁੱਲਾਂ ਚੁੱਕਾਂ ਦੀ ਮੁਆਫੀ, ਮਹਾਰਾਜ ਜੀਆਂ ਦਾ ਉਪਦੇਸ਼ ਜਾਣ ਕੇ ਹਿਰਦੇ ਵਸਾਉਣਾ, ਭੁੱਲਾਂ ਦਾਸ ਦੀਆਂ ਜਾਣ ਕੇ ਮੁਆਫ ਕਰਨੀਆਂ। ਸੋ ਗੁਰੂ ਘਰ ਦੇ ਸਹੀ ਸਕੱਤਰ ਭਾਈ ਸਾਹਿਬ ਭਾਈ ਕੁਲਦੀਪ ਸਿੰਘ ਜੀ ਆਪ ਸੰਗਤਾਂ ਨੂੰ ਹੁਣ ਬੇਨਤੀ ਕਰਨਗੇ, ਅਗਲੇ ਪ੍ਰੋਗਰਾਮ ਬਾਰੇ ਦੱਸਣਗੇ। ਉਪਰੰਤ ਸਹਿਜ ਪਾਠ ਸਾਹਿਬ ਜੀਆਂ ਦੇ ਭੋਗ ਪਾਏ ਜਾਣਗੇ। ਗੁਰੂ ਕਿਰਪਾ ਕਰੇ ਦਿਓ ਸੱਜਣਾ ਸੀਸੜੀਆਂ, ਜੋ ਹੋਵੇ ਸਾਹਿਬ ਸਿਓ ਮੇਲ। ਨਾਨਕ ਕੋ ਪ੍ਰਭ ਰਾਖ ਲਹਿ, ਮੇਰੇ ਸਾਹਿਬ ਬੰਦੀ ਮੋਚ। ਕਤਕ ਹੋਵੇ